ਅਕਾਲੀ ਬੀਜੇਪੀ ਗੱਠਜੋੜ ਦੀ ਮੁੜ ਤੋਂ ਇੰਨੀ ਚਰਚਾ ਕਿਉਂ ਹੋ ਰਹੀ ਹੈ? ਕੀ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਮੁੜ ਤੋਂ ਗੱਠਜੋੜ ਕਰਕੇ ਆਪਣੀ ਕੌਮ ਨੂੰ ਇੱਕ ਵਾਰੀ ਫੇਰ ਨਿਰਾਸ਼ ਕਰਨ ਦੀ ਧਾਰ ਲਈ ਹੈ ਜਾਂ ਫਿਰ ਇਹ ਸਿਰਫ ਅਫਵਾਹਾਂ ਨੇ? ਕੀ ਅਕਾਲੀ ਦਲ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਬੀਜੇਪੀ ਤੋਂ ਬਿਨਾਂ ਇਸ ਖੇਤਰੀ ਪਾਰਟੀ ਨੂੰ ਆਪਣੀ ਹੋਂਦ ਦਿਖਾਈ ਹੀ ਨਹੀਂ ਦਿੰਦੀ? ਕੀ ਸਿਆਸੀ ਲੀਡਰ ਇੱਕ ਵਾਰੀ ਫੇਰ ਤੋਂ ਇਹ ਸਾਬਿਤ ਕਰਨ ਜਾ ਰਹੇ ਨੇ ਕਿ ਸਿਆਸਤਦਾਨਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ, ਸਿਰਫ ਆਪਣੀ ਸਿਆਸੀ ਤਾਕਤ ਬਚਾਉਣੀ ਜ਼ਰੂਰੀ ਹੁੰਦੀ ਹੈ? ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ। ਅਕਾਲੀ ਦਲ ਤੇ ਬੀਜੇਪੀ ਮੁੜ ਹੱਥ ਮਿਲਾਉਣ ਤਾਂ ਪੰਜਾਬ ਦੀ ਭਲਾਈ। ਸਾਡਾ ਗੱਠਜੋੜ ਦਾ ਤਜਰਬਾ ਬਹੁਤ ਵਧੀਆ ਰਿਹਾ। ਮੈਂ ਅਕਾਲੀ ਭਾਜਪਾ ਗੱਠਜੋੜ ਦੇ ਬਿਲਕੁਲ ਖਿਲਾਫ ਹਾਂ। ਸਾਡਾ ਅਕਾਲੀ ਦਲ ਨਾਲ ਤਲਾਕ ਹੋ ਚੁੱਕਿਆ ਹੈ, ਮੁੜ ਕੇ ਰਿਸ਼ਤਾ ਜੁੜਨਾ ਹੀ ਨਹੀਂ। ਸਾਡੇ 'ਚ ਕੁਝ ਲੋਕ ਖਿਲਾਫ ਨੇ, ਪਰ ਬੀਜੇਪੀ ਦੇ ਆਗੂ ਚਾਹੁੰਦੇ ਨੇ ਤਾਂ ਚੰਗੀ ਗੱਲ ਹੈ। 2 ਮਹੀਨੇ ਦੇ ਅੰਦਰ ਅਕਾਲੀ ਅਤੇ ਬੀਜੇਪੀ ਦੇ ਅੰਦਰੋਂ ਉੱਠੀਆਂ ਇਹਨਾਂ ਆਵਾਜ਼ਾਂ ਦੇ ਵਿੱਚ ਗੱਠਜੋੜ ਨੂੰ ਲੈ ਕੇ ਵਿਰੋਧ ਵੀ ਹੈ ਅਤੇ ਸਹਿਮਤੀ ਵੀ ਹੈ। ਇਹ ਜਿਹੜੇ ਸਾਰੇ ਅਸੀਂ ਸ਼ਬਦ ਬੋਲੇ ਨੇ, ਇਹ ਅਕਾਲੀ ਅਤੇ ਬੀਜੇਪੀ ਲੀਡਰਾਂ ਦੇ ਵੱਖੋ ਵੱਖਰੇ ਬਿਆਨ ਨੇ। ਸਵਾਲ ਇਹ ਹੈ ਕਿ ਅਕਾਲੀ ਬੀਜੇਪੀ ਦੇ ਮੁੜ ਤੋਂ ਗੱਠਜੋੜ ਦੀ ਚਰਚਾ ਕਿਉਂ ਸ਼ੁਰੂ ਹੋਈ ਹੈ? ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਅਜਿਹਾ ਕੀ ਇਸ਼ਾਰਾ ਮਿਲ ਰਿਹਾ ਹੈ ਜਿਸ ਤੋਂ ਬਾਅਦ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਦੇ ਕਿਆਸ ਤੇਜ਼ ਹੋ ਗਏ ਨੇ? 3 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀਆਂ ਦੇ ਨਾਲ ਕੇਂਦਰੀ ਕੈਬਨਿਟ ਦੇ ਵਿਸਤਾਰ ਨੂੰ ਲੈ ਕੇ ਮੀਟਿੰਗ ਕੀਤੀ ਤੇ ਇਸ ਕੈਬਨਿਟ ਵਿਸਤਾਰ ਦਾ ਇੱਕੋ ਇੱਕ ਨਿਸ਼ਾਨਾ ਹੈ 2024 ਦੀਆਂ ਲੋਕ ਸਭਾ ਚੋਣਾਂ। ਬਿਨਾਂ ਸ਼ੱਕ ਕਰਨਾਟਕਾ ਹਾਰਨ ਤੋਂ ਬਾਅਦ ਬੀਜੇਪੀ ਦੀ ਲੀਡਰਸ਼ਿਪ ਨੇ ਉਹਨਾਂ ਸੂਬਿਆਂ ਦੇ ਵਿੱਚ ਭਾਈਵਾਲੀ ਦੀ ਤਲਾਸ਼ ਸ਼ੁਰੂ ਕੀਤੀ ਹੈ ਜਿੱਥੇ-ਜਿੱਥੇ ਉਹ ਕਮਜ਼ੋਰ ਹੈ। ਬਸ ਇੱਥੋਂ ਹੀ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਦੀ ਮੁੜ ਤੋਂ ਗੱਲਬਾਤ ਸ਼ੁਰੂ ਹੁੰਦੀ ਹੈ। ਖਬਰਾਂ ਆ ਰਹੀਆਂ ਨੇ ਕਿ ਬੀਜੇਪੀ ਇਸ ਕੈਬਨਿਟ ਵਿਸਤਾਰ ਦੇ ਜ਼ਰੀਏ ਐਨਡੀਏ ਨੂੰ ਛੱਡ ਕੇ ਗਏ ਪੁਰਾਣੇ ਸਾਥੀਆਂ ਨੂੰ ਕੈਬਨਿਟ ਮੰਤਰੀ ਬਣਾ ਕੇ ਮੁੜ ਤੋਂ ਸੂਬਿਆਂ ਦੇ ਵਿੱਚ ਗੱਠਜੋੜ ਸ਼ੁਰੂ ਕਰਨ ਜਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਅਹੁਦੇਦਾਰਾਂ ਤੇ ਹਲਕਾ ਪ੍ਰਭਾਰੀਆਂ ਦੇ ਨਾਲ ਬੁੱਧਵਾਰ ਨੂੰ ਅਹਿਮ ਮੀਟਿੰਗ ਕੀਤੀ। ਗੱਠਜੋੜ ਦੀ ਚਰਚਾ ਹੋਰ ਤੇਜ਼ ਹੋ ਗਈ ਹੈ ਤੇ ਇਸ ਗੱਠਜੋੜ ਦੀ ਸਭ ਤੋਂ ਵੱਡੀ ਕੜੀ ਬੀਜੇਪੀ ਦੇ ਨਵੇਂ ਬਣੇ ਸੂਬਾ ਪ੍ਰਧਾਨ ਵੀ ਹੋ ਸਕਦੇ ਨੇ। ਗੱਠਜੋੜ ਨੂੰ ਲੈ ਕੇ ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆ ਗਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਅਕਾਲੀ ਦਲ ਤੇ ਬੀਜੇਪੀ ਮੁੜ ਤੋਂ ਇਕੱਠੇ ਹੋਣ ਜਾ ਰਹੇ ਨੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਮਨਾ ਵੀ ਨਹੀਂ ਕੀਤਾ, ਪਰ ਕੁਝ ਦੱਸਿਆ ਵੀ ਨਹੀਂ। ਕਹਿੰਦੇ ਫੈਸਲਾ ਹਾਈ ਕਮਾਂਡ ਕਰੂਗੀ ਕਿ ਉਹ ਐਨਡੀਏ ਨੂੰ ਮੁੜ ਤੋਂ ਜੀਵਿਤ ਕਰਨਾ ਚਾਹੁੰਦੇ ਨੇ ਜਾਂ ਫਿਰ ਨਹੀਂ। ਕੌਮੀ ਮਸਲੇ ਨੇ, ਮੇਰੀ ਜ਼ਿੰਮੇਵਾਰੀ ਤਾਂ 117 ਸੀਟਾਂ ਦੀ ਹੈ। ਕਹਿੰਦੇ ਮੇਰਾ ਕੰਮ ਬੀਜੇਪੀ ਨੂੰ 23 ਦੀ ਥਾਂ 117 ਸੀਟਾਂ ਦੇ ਮਜ਼ਬੂਤ ਕਰਨਾ ਹੈ। ਜਿਵੇਂ ਕਹਿੰਦੇ ਅਰਜਨ ਦੀ ਨਜ਼ਰ ਚਿੜੀ ਦੀ ਅੱਖ ਤੇ ਸੀ ਤੇ ਹੁਣ ਕਹਿੰਦੇ ਮੇਰੀ ਨਜ਼ਰ 117 ਸੀਟਾਂ ਤੇ ਹੈ। ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਆਂਧਰਾ ਦੇ ਵਿੱਚ ਟੀਡੀਪੀ ਯਾਨੀ ਕਿ ਤੇਲਗੂ ਦੇਸ਼ਮ ਪਾਰਟੀ ਬੀਜੇਪੀ ਦੇ ਸਭ ਤੋਂ ਪੁਰਾਣੇ ਸਾਥੀ ਨੇ। ਇਸ ਵਕਤ ਦੋਵੇਂ ਹੀ ਐਨਡੀਏ ਚੋਂ ਬਾਹਰ ਨੇ ਤੇ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ 9 ਤੋਂ 11 ਤਰੀਕ ਦੇ ਵਿਚਾਲੇ ਮੋਦੀ ਕੈਬਨਿਟ ਦਾ ਜਿਹੜਾ ਵਿਸਥਾਰ ਹੋਣ ਦੀ ਚਰਚਾ ਚੱਲ ਰਹੀ ਹੈ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਂ ਫਿਰ ਹਰਸਿਮਰਤ ਕੌਰ ਬਾਦਲ ਨੂੰ ਥਾਂ ਮਿਲ ਸਕਦੀ ਹੈ। ਯਾਨੀ ਕਿ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵੇਲੇ ਆਪਣੀ ਵਜ਼ੀਰੀ ਛੱਡ ਦਿੱਤੀ ਸੀ, ਸੈਂਟਰ ਦੀ ਵਜ਼ੀਰੀ ਛੱਡ ਦਿੱਤੀ ਸੀ, ਉਹ ਵਜ਼ੀਰੀ ਹੁਣ ਮੁੜ ਤੋਂ ਲੈਣ ਦੀ ਅੰਦਰੋਂ ਅੰਦਰ ਚਾਹ ਹੈ ਜਿਹੜੀ ਉਹ ਇਹਨਾਂ ਲੀਡਰਾਂ ਦੇ ਅੰਦਰ ਪੈਦਾ ਹੋ ਗਈ ਹੈ। ਸਿਆਸੀ ਪੰਡਿਤ ਮੰਨਦੇ ਨੇ ਕਿ ਬੀਜੇਪੀ ਤੇ ਅਕਾਲੀ ਦਲ ਗੱਠਜੋੜ ਦੀ ਗੱਲਬਾਤ ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦਿਆਂ ਹੀ ਸ਼ੁਰੂ ਹੋ ਗਈ ਸੀ, ਪਰ ਸੀਟਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾ ਰਹੀ ਸੀ। ਜੇਕਰ ਦੋਵਾਂ ਦੇ ਵਿਚਾਲੇ ਗੱਠਜੋੜ ਹੁੰਦਾ ਤਾਂ ਸਿਆਸੀ ਫਾਰਮੂਲਾ ਕੀ ਹੋਵੇਗਾ, ਇਸ ਨੂੰ ਲੈ ਕੇ ਵੀ ਚਰਚਾ ਦਾ ਬਾਜ਼ਾਰ ਗਰਮ ਹੈ। ਇਹ ਵੀ ਸਵਾਲ ਉੱਠ ਰਹੇ ਨੇ ਕਿ ਦੋਵਾਂ ਦੇ ਵਿੱਚ ਗੱਠਜੋੜ ਨੂੰ ਲੈ ਕੇ ਸਭ ਤੋਂ ਜ਼ਿਆਦਾ ਤਰਲੋ ਮੱਛੀ ਕਿਹੜੀ ਪਾਰਟੀ ਹੋਈ ਪਈ ਹੈ, ਕਿਉਂਕਿ ਪੰਜਾਬ ਦੀ ਅੱਗੇ ਚੱਲਣ ਵਾਲੀ ਗੱਠਜੋੜ ਦੀ ਸਿਆਸਤ ਇਸ ਦੇ ਆਧਾਰ ਤੇ ਹੀ ਵਧੇਗੀ ਤੇ ਇਸ ਨੂੰ ਲੈ ਕੇ ਵੀ 2 ਫਾਰਮੂਲੇ ਸਾਹਮਣੇ ਆ ਰਹੇ ਨੇ। ਥੋੜਾ ਜਿਹਾ ਪਿੱਛੇ ਆਪਾਂ ਨੂੰ ਦੇਖਣਾ ਪਊਗਾ। ਸੁਨੀਲ ਜਾਖੜ ਜਦੋਂ ਕਾਂਗਰਸ ਵਿੱਚ ਹੁੰਦੇ ਸੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਹੁੰਦੇ ਸੀ ਤਾਂ ਉਹਨਾਂ ਦੇ ਅਕਾਲੀ ਦਲ ਨਾਲ ਰਿਸ਼ਤੇ ਕਾਫੀ ਤਣਾਅਪੂਰਨ ਹੁੰਦੇ ਸੀ, ਪਰ ਪਿਛਲੇ ਸਮੇਂ ਦੌਰਾਨ ਇਹਨਾਂ ਰਿਸ਼ਤਿਆਂ ਦੇ ਵਿੱਚ ਕਾਫੀ ਸੁਧਾਰ ਨਜ਼ਰ ਆਉਂਦਾ ਹੈ। ਸਿੱਖ ਗੁਰਦੁਆਰਾ ਐਕਟ ਸੋਧ ਬਿੱਲ ਨੂੰ ਲੈ ਕੇ ਸੁਨੀਲ ਜਾਖੜ ਨੇ ਅਕਾਲੀ ਦਲ ਦੀ ਹਮਾਇਤ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਗੁਰੂ ਘਰ ਨੂੰ ਮੱਥਾ ਟੇਕੀਦਾ ਹੈ, ਗੁਰੂ ਘਰ ਦੇ ਨਾਲ ਮੱਥਾ ਲਾਈਦਾ ਨਹੀਂ। ਹਾਲਾਂਕਿ ਜਾਖੜ ਅਤੇ ਬਾਦਲ ਪਰਿਵਾਰ ਭਾਵੇਂ ਵੱਖ-ਵੱਖ ਪਾਰਟੀਆਂ ਦੇ ਵਿੱਚ ਸਨ, ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦੇ ਪਰਿਵਾਰਿਕ ਰਿਸ਼ਤੇ ਵੀ ਰਹੇ ਨੇ। ਜਾਖੜ ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾ ਪੈਰੀ ਹੱਥ ਲਾਉਂਦੇ ਰਹੇ ਨੇ। ਜ਼ਾਹਿਰ ਹੈ ਬੀਜੇਪੀ ਨੇ ਜਾਖੜ ਨੂੰ ਪ੍ਰਧਾਨ ਬਣਾਉਣ ਵੇਲੇ ਹੀ ਸਾਫ਼ ਕਰ ਦਿੱਤਾ ਹੋਵੇ ਕਿ ਉਹ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਜਾ ਰਹੇ ਨੇ, ਜਾਂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਸੁਨੀਲ ਜਾਖੜ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਹੋਵੇ, ਪਰ ਜਦੋਂ ਤੱਕ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਜਾਖੜ ਕੁਝ ਵੀ ਨਹੀਂ ਬੋਲਣਾ ਚਾਹੁੰਦੇ। ਉਂਝ ਵੀ ਜਾਖੜ ਨੇ ਗੱਠਜੋੜ ਤੋਂ ਇਨਕਾਰ ਨਾ ਕਰਕੇ ਥੋੜਾ ਜਿਹਾ ਸੰਕੇਤ ਹੈ ਜਿਹੜਾ ਉਹ ਤਾਂ ਦੇ ਹੀ ਦਿੱਤਾ ਹੈ।
ਤੇ ਜਿਹੜਾ ਗੱਠਜੋੜ ਹੈ ਉਹ ਕਿਸ ਸ਼ਰਤ ਦੇ ਆਧਾਰ ਤੇ ਹੋਵੇਗਾ। ਅਕਾਲੀ ਦਲ ਦੇ ਲਈ ਤਾਂ ਸ਼ਰਤ ਹੈ ਜਿਹੜੀ ਉਹ ਕੇਂਦਰੀ ਕੈਬਨਿਟ ਦੇ ਵਿੱਚ ਥਾਂ ਹੋਵੇਗੀ, ਜਿਵੇਂ ਕਿ ਪਹਿਲਾਂ ਹੁੰਦਾ ਸੀ। ਅਕਾਲੀ ਦਲ ਤੇ ਬੀਜੇਪੀ ਵਿਚਾਲੇ ਗੱਠਜੋੜ ਦੀ ਮੁੜ ਤੋਂ ਸ਼ੁਰੂਆਤ ਮੋਦੀ ਕੈਬਨਿਟ ਵਿੱਚ ਅਕਾਲੀ ਦਲ ਨੂੰ ਮੰਤਰੀ ਦਾ ਅਹੁਦਾ ਮਿਲਣ ਦੇ ਨਾਲ ਹੋ ਸਕਦੀ ਹੈ। 9 ਤੋਂ 11 ਜੁਲਾਈ ਦੇ ਵਿਚਾਲੇ ਮੋਦੀ ਮੰਤਰੀ ਮੰਡਲ ਦਾ ਵਿਸਥਾਰ ਹੋਣ ਜਾ ਰਿਹਾ ਹੈ ਤੇ ਅਕਾਲੀ ਦਲ ਨੂੰ ਇੱਕ ਕੈਬਨਿਟ ਦਾ ਅਹੁਦਾ ਮਿਲੇਗਾ। ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਬਣਨਗੇ ਜਾਂ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਇਹ ਬਾਦਲ ਪਰਿਵਾਰ ਨੇ ਹੀ ਤੈਅ ਕਰਨਾ ਹੈ। ਪਰ ਜੇ ਸੁਖਬੀਰ ਸਿੰਘ ਬਾਦਲ ਵਜ਼ੀਰੀ ਲੈਂਦੇ ਨੇ ਤਾਂ ਉਹਨਾਂ ਨੂੰ ਕਾਫੀ ਅਹਿਮ ਮੰਤਰਾਲਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਕਿ ਦੋਵਾਂ ਪਾਰਟੀਆਂ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਸੀਟਾਂ ਨੂੰ ਲੈ ਕੇ ਗੱਲਬਾਤ ਫਾਈਨਲ ਵੀ ਹੋ ਚੁੱਕੀ ਹੈ ਤੇ ਸੀਟ ਸ਼ੇਅਰਿੰਗ ਦਾ ਫਾਰਮੂਲਾ ਕੀ ਹੋ ਸਕਦਾ ਹੈ, ਇਹ ਤੇ ਵੀ ਥੋੜੀ ਜਿਹੀ ਚਰਚਾ ਕਰ ਲੈਂਦੇ ਆ। 2019 ਤੱਕ ਬੀਜੇਪੀ ਲੋਕ ਸਭਾ ਦੀਆਂ 3 ਅਤੇ ਅਕਾਲੀ ਦਲ 10 ਸੀਟਾਂ ਤੇ ਚੋਣ ਲੜਦੀ ਸੀ, ਜਦਕਿ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ 94 ਤੇ ਬੀਜੇਪੀ 23 ਸੀਟਾਂ ਤੇ ਚੋਣ ਲੜਦੀ ਸੀ। ਪਰ ਜੇ ਨਵੇਂ ਸਿਰੇ ਤੋਂ ਗੱਠਜੋੜ ਹੁੰਦਾ ਤਾਂ ਇਹ ਫਾਰਮੂਲਾ ਬਦਲ ਸਕਦਾ ਹੈ। ਇਹ ਗੱਲ ਤਾਂ ਤੈਅ ਹੀ ਤੈਅ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਜਿਵੇਂ ਬੀਜੇਪੀ ਆਪਣੇ ਤੇਵਰ ਦਿਖਾ ਚੁੱਕੀ ਹੈ ਕਿ ਅਕਾਲੀ ਦਲ ਨਾਲ ਮੁੜ ਕੇ ਗੱਠਜੋੜ ਨਹੀਂ ਹੋ ਸਕਦਾ, ਅਸੀਂ ਆਪਣੇ ਦਮ ਤੇ ਚੋਣਾਂ ਲੜਾਂਗੇ, ਅਸੀਂ ਆਪਣੀ ਜਿਹੜੀ ਇੰਡੀਪੈਂਡੈਂਟ ਸਰਕਾਰ ਬਣਾਵਾਂਗੇ। ਅਕਾਲੀ ਦਲ ਦੇ ਲਈ ਕੇਂਦਰ ਤੋਂ ਜ਼ਿਆਦਾ ਸੂਬੇ ਦੀ ਸਿਆਸਤ ਜ਼ਰੂਰੀ ਹੈ ਤੇ ਬੀਜੇਪੀ ਤੋਂ ਜ਼ਿਆਦਾ ਗੱਠਜੋੜ ਦੀ ਉਹਨਾਂ ਨੂੰ ਲੋੜ ਜ਼ਿਆਦਾ ਲੱਗਦੀ ਹੈ। ਇਸ ਲਿਹਾਜ਼ ਨਾਲ ਅਕਾਲੀ ਦਲ ਬੀਜੇਪੀ ਨੂੰ 23 ਦੀ ਥਾਂ ਹੁਣ 30 ਤੋਂ 35 ਸੀਟਾਂ ਵੀ ਆਫਰ ਕਰ ਸਕਦੀ ਹੈ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਜ਼ਿਆਦਾ ਦਿਲਚਸਪੀ ਨਹੀਂ ਹੈ। ਖਬਰਾਂ ਮੁਤਾਬਿਕ ਅਕਾਲੀ ਦਲ ਬੀਜੇਪੀ ਦੇ ਲਈ ਦੁੱਗਣੀ ਯਾਨੀ ਕਿ 13 ਲੋਕ ਸਭਾ ਸੀਟਾਂ ਵਿੱਚੋਂ 6 ਤੋਂ 7 ਸੀਟਾਂ ਵੀ ਛੱਡ ਸਕਦੀ ਹੈ। ਕੁੱਲ ਮਿਲਾ ਕੇ ਜੇ ਗੱਠਜੋੜ ਹੁੰਦਾ ਹੈ ਤਾਂ ਅਕਾਲੀ ਦਲ ਨੂੰ ਜ਼ਿਆਦਾ ਝੁਕਣਾ ਪਊਗਾ। ਜਿਸ ਤਰੀਕੇ ਦੀ ਪਤਲੀ ਹਾਲਤ ਉਹਨਾਂ ਦੀ ਪੰਜਾਬ ਦੀ ਸਿਆਸਤ ਵਿੱਚ ਹੋ ਚੁੱਕੀ ਹੈ, ਉਸ ਦਾ ਬੀਜੇਪੀ ਵੀ ਜ਼ਾਹਿਰ ਤੌਰ ਤੇ ਫਾਇਦਾ ਚੁੱਕੇਗੀ। ਹਾਲਾਂਕਿ ਸਿਆਸੀ ਪੰਡਤ ਅਤੇ ਆਮ ਲੋਕ ਇਹ ਵੀ ਸਿਰ ਜੋੜ ਕੇ ਵਿਚਾਰ ਕਰਦੇ ਨੇ, ਗੁਫ਼ਤਗੂ ਕਰਦੇ ਨੇ ਕਿ ਅਕਾਲੀ ਦਲ ਦੀ ਇਸ ਹਾਲਤ ਦੀ ਜ਼ਿੰਮੇਦਾਰ ਬੀਜੇਪੀ ਹੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੀਜੇਪੀ ਦਾ ਉਹ ਆਧਾਰ ਨਹੀਂ ਹੈ, ਉਹ ਸਤਿਕਾਰ ਨਹੀਂ ਹੈ ਜੋ ਖੇਤਰੀ ਪਾਰਟੀਆਂ ਦੇ ਲਈ ਹੈ। ਮੁੜ ਗੱਠਜੋੜ ਦੇ ਕੀ ਕਾਰਨ ਹੋ ਸਕਦੇ ਨੇ, ਇਹ ਵੀ ਥੋੜਾ ਜਿਹਾ ਦੇਖ ਲੈਂਦੇ ਆ। ਅਕਾਲੀ ਦਲ ਅਤੇ ਬੀਜੇਪੀ ਦੇ ਵਿੱਚ ਮੁੜ ਤੋਂ ਗੱਠਜੋੜ ਦੀ ਵਜ੍ਹਾ ਦੋਵਾਂ ਪਾਰਟੀਆਂ ਦਾ ਪਿਛੋਕੜ ਹੈ। ਅਕਾਲੀ ਦਲ ਪਿੰਡੂ ਇਲਾਕੇ ਵਿੱਚ ਮਜ਼ਬੂਤ ਹੈ, ਬੀਜੇਪੀ ਸ਼ਹਿਰੀ ਇਲਾਕੇ ਦੇ ਵਿੱਚ ਖਾਸ ਕਰਕੇ ਹਿੰਦੂ ਵੋਟਰ ਬੀਜੇਪੀ ਦੇ ਨਾਲ ਜ਼ਿਆਦਾ ਹੈ। ਦੋਵਾਂ ਨੇ 25 ਸਾਲਾਂ ਦੇ ਵਿੱਚ 3 ਵਾਰੀ ਮਿਲ ਕੇ ਸਰਕਾਰ ਬਣਾਈ। ਵੱਖ ਹੋਣ ਤੋਂ ਬਾਅਦ ਦੋਵਾਂ ਦਾ ਕੁਝ ਨਹੀਂ ਬਚਿਆ, ਹਾਲਾਂਕਿ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ। ਉਸ ਤੋਂ ਬਾਅਦ ਤਾਂ ਅਕਾਲੀ ਦਲ ਨੇ ਆਪਣੇ ਸਿਆਸੀ ਇਤਿਹਾਸ ਵਿੱਚ ਸਭ ਤੋਂ ਬੁਰਾ ਰਿਕਾਰਡ ਆਪਣੇ ਨਾਮ ਕੀਤਾ। ਬੀਜੇਪੀ ਦੇ ਪੱਲੇ ਤਾਂ ਕੱਖ ਵੀ ਨਹੀਂ ਪਿਆ। ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਦੋਵਾਂ ਨੂੰ ਇਸ਼ਾਰਾ ਦਿੱਤਾ ਸੀ ਕਿ ਜੇ ਦੋਵੇਂ ਮਿਲ ਕੇ ਲੜਦੇ ਨੇ ਤਾਂ ਸ਼ਾਇਦ ਆਪ ਨੂੰ ਟੱਕਰ ਦੇ ਸਕਦੇ ਸੀ। ਬੀਜੇਪੀ ਨੂੰ ਪਿੰਡੂ ਖੇਤਰ ਵਿੱਚ ਮਜ਼ਬੂਤ ਹੋਣ ਦੇ ਲਈ ਬਹੁਤ ਲੰਬਾ ਸਮਾਂ ਲੱਗੂਗਾ। ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਿੱਚ ਬੀਜੇਪੀ ਇਸ ਫਾਰਮੂਲੇ ਤੇ ਕੰਮ ਕਰ ਸਕਦੀ ਹੈ, ਪਰ ਇਸ ਦੌਰਾਨ ਵਰਕਰਾਂ ਦੀ ਹੌਸਲਾ ਅਫਜ਼ਾਈ ਲਈ ਸੱਤਾ ਵਿੱਚ ਰਹਿਣਾ ਜ਼ਰੂਰੀ ਹੈ। ਉਧਰ ਅਕਾਲੀ ਦਲ ਲਗਾਤਾਰ 2 ਵਾਰੀ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ। ਲੋਕ ਸਭਾ ਚੋਣਾਂ ਸਿਰ ਤੇ ਖੜੀਆਂ ਨੇ। ਇਸ ਵਾਰੀ ਹਾਰ ਦਾ ਮਤਲਬ ਕਾਫੀ ਗੰਭੀਰ ਹੋ ਸਕਦਾ ਹੈ। ਪਾਰਟੀ ਦੇ ਲੀਡਰ ਪਹਿਲਾਂ ਹੀ ਬੀਜੇਪੀ 'ਚ ਸ਼ਾਮਿਲ ਹੋ ਰਹੇ ਨੇ। ਉੱਤੋਂ ਐਸਜੀਪੀਸੀ ਦੀ ਪੰਥਕ ਸਿਆਸਤ ਵੀ ਹਿਲ ਚੁੱਕੀ ਹੈ, ਖਾਸ ਕਰਕੇ ਉਸ ਵਕਤ ਜਦੋਂ ਪੰਜਾਬ ਦੀ ਮਾਨ ਸਰਕਾਰ ਨੇ ਗੁਰਦੁਆਰਾ ਸੋਧ ਬਿੱਲ 2023 ਦੇ ਜ਼ਰੀਏ ਐਸਜੀਪੀਸੀ ਨੂੰ ਵੱਡਾ ਚੈਲੰਜ ਕਰ ਦਿੱਤਾ ਹੈ। ਐਸਜੀਪੀਸੀ ਸਮੇਤ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਨੂੰ ਬੀਜੇਪੀ ਦਾ ਸਾਥ ਕਾਫੀ ਜ਼ਰੂਰੀ ਲੱਗ ਰਿਹਾ ਹੈ। ਦੋਵੇਂ ਪਾਰਟੀਆਂ ਦੇ ਪੁਰਾਣੇ ਲੀਡਰ ਜਿਨ੍ਹਾਂ ਨੇ ਅਕਾਲੀ ਦਲ ਤੇ ਬੀਜੇਪੀ ਦੇ ਰਾਜ ਵਿੱਚ ਸੱਤਾ ਦਾ ਸੁੱਖ ਭੋਗਿਆ, ਉਹ ਵੀ ਅੰਦਰ ਖਾਤੇ ਸਾਨੂੰ ਪਤਾ ਲੱਗਿਆ ਕਿ ਗੱਠਜੋੜ ਨੂੰ ਲੈ ਕੇ ਦਬਾਅ ਬਣਾ ਰਹੇ ਨੇ। ਯਾਨੀ ਕੁੱਲ ਮਿਲਾ ਕੇ ਦੋਵਾਂ ਨੂੰ ਇੱਕ ਦੂਸਰੇ ਦੀ ਲੋੜ ਹੈ, ਪਰ ਸਵਾਲ ਇਹ ਹੈ ਕਿ ਕਿਸ ਦਾ ਕੰਮ ਫਿਲਹਾਲ ਗੱਠਜੋੜ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ, ਕਿਹਨੂੰ ਫੌਰਨ ਸਾਥ ਦੀ ਲੋੜ ਹੈ। ਸੀਟਾਂ ਦੀ ਸ਼ੇਅਰਿੰਗ ਹੈ ਜਿਹੜੀ ਇਸੇ ਫਾਰਮੂਲੇ ਤੇ ਹੀ ਹੋਵੇਗੀ, ਸੀਟਾਂ ਦੀ ਵੰਡ ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਵੇਗੀ। ਸੁਨੀਲ ਜਾਖੜ ਦੇ ਬਾਦਲ ਖਾਨਦਾਨ ਦੇ ਨਾਲ ਚੰਗੇ ਰਿਸ਼ਤੇ ਰਹੇ ਨੇ। ਜਾਖੜ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦੇ ਸੀ, ਪੈਰੀਆਂ ਥਲਾਉਂਦੇ ਸੀ ਤੇ ਬਾਦਲ ਵੀ ਉਹਨਾਂ ਨੂੰ ਚੌਧਰੀ ਸਾਹਿਬ ਕਹਿ ਕੇ ਸਨਮਾਨ ਦਿੰਦੇ ਸੀ। ਹਾਲਾਂਕਿ ਕੈਪਟਨ ਸਰਕਾਰ ਵੇਲੇ ਸੁਨੀਲ ਜਾਖੜ ਨੇ ਬੇਅਦਬੀ ਦੇ ਮੁੱਦੇ ਤੇ ਬਾਦਲ ਪਰਿਵਾਰ ਨੂੰ ਜੰਮ ਕੇ ਕੋਸਿਆ ਸੀ, ਪਰ ਸਿਆਸਤ ਦੇ ਲਿਹਾਜ਼ ਦੇ ਨਾਲ ਇਹ ਬੀਤੇ ਦਿਨਾਂ ਦੀ ਗੱਲ ਹੈ। ਸਿਆਸਤ ਦੇ ਵਿੱਚ ਤੁਸੀਂ ਆਮ ਦੇਖਦੇ ਹੋ ਕਿ ਅੱਜ ਜਿਹੜਾ ਲੀਡਰ ਵਿਰੋਧੀ ਪਾਰਟੀ ਦੀ ਜੰਮ ਕੇ ਨਿੰਦਿਆ ਕਰ ਰਿਹਾ ਹੈ, ਪਤਾ ਨਹੀਂ ਕੀ ਕੁਝ ਬੋਲ ਰਿਹਾ ਹੈ, ਪਰਸੋਂ ਨੂੰ ਉਸੇ ਪਾਰਟੀ ਦਾ ਹਾਰ ਗਲ ਦੇ ਵਿੱਚ ਪਵਾ ਕੇ ਉਹਨਾਂ ਦੇ ਨਾਲ ਸਟੇਜ ਤੇ ਜਾ ਕੇ ਖੜਾ ਹੋ ਜਾਂਦਾ ਹੈ। ਇਹ ਹੈ ਸਾਡੇ ਮੁਲਕ ਦੀ ਸਿਆਸਤ, ਜਿੱਥੇ ਦੀਨ ਇਮਾਨ ਹੀ ਕੋਈ ਨਹੀਂ ਹੈ। ਖੈਰ, ਜਾਖੜ ਨੂੰ ਪ੍ਰਧਾਨ ਬਣਨ ਤੋਂ ਪਹਿਲਾਂ ਬੀਜੇਪੀ ਹਾਈ ਕਮਾਨ ਨੇ ਵੀ ਕਿਧਰੇ ਨਾ ਕਿਧਰੇ ਗੱਠਜੋੜ ਹੋਣ ਦਾ ਇਸ਼ਾਰਾ ਵੀ ਕੀਤਾ ਹੋਊਗਾ, ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸੋਧ ਬਿੱਲ ਵਿਧਾਨ ਸਭਾ 'ਚ ਪਾਸ ਕੀਤਾ ਸੀ ਤਾਂ ਸੁਨੀਲ ਜਾਖੜ ਨੇ ਜਿਹੜਾ ਟਵੀਟ ਕੀਤਾ ਸੀ ਉਹਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਤੇ ਇਹ ਤੋਂ ਸਾਫ਼
ਸਾਫ਼ ਹੈ ਕਿ ਜਿਹੜੇ ਜਾਖੜ ਐਸਜੀਪੀਸੀ ਤੇ ਬਾਦਲਾਂ ਦੇ ਕਬਜ਼ੇ ਬਾਰੇ ਡਟ ਕੇ ਬਿਆਨ ਦਿੰਦੇ ਸਨ, ਉਹਨਾਂ ਦੇ ਦਿਲ ਵਿੱਚ ਇੱਕਦਮ ਤਾਂ ਅਕਾਲੀ ਦਲ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਆਈ ਹੋਏਗੀ। ਇਹਦੇ ਵਿੱਚ ਕੁਛ ਨਾ ਕੁਛ ਤਾਂ ਜਿਹੜਾ ਹੈਗਾ ਇਧਰੋਂ ਉਧਰੋਂ ਆਦੇਸ਼ ਸੰਦੇਸ਼ ਮਿਲੇ ਹੀ ਹੋਣਾ। ਵੈਸੇ ਵੀ ਸਿਆਸਤ ਕਦੇ ਵੀ ਇਤਿਹਾਸ ਦੇ ਰਿਸ਼ਤਿਆਂ ਦੇ ਨਾਲ ਨਹੀਂ ਬਲਕਿ ਭਵਿੱਖ ਦੀਆਂ ਸੰਭਾਵਨਾਵਾਂ ਦੇ ਨਾਲ ਚੱਲਦੀ ਹੈ। ਇਸ ਦੀ ਵੱਡੀ ਉਦਾਹਰਣ ਪਿਛਲੇ ਦਿਨਾਂ ਦੌਰਾਨ ਦੇਸ਼ ਅਤੇ ਪੰਜਾਬ ਦੀ ਸਿਆਸਤ ਵਿੱਚ ਹੋਈਆਂ ਵੱਡੀਆਂ ਸਿਆਸੀ ਜੱਫੀਆਂ ਨੇ ਦਿੱਤੀ ਹੈ। ਸਿੱਧੂ ਮਜੀਠੀਆ ਦੀ ਇੱਕ ਦਹਾਕੇ ਪੁਰਾਣੀ ਕੱਟੜ ਦੁਸ਼ਮਣੀ ਬਦਲੀ ਹੋਈ ਸਿਆਸਤ ਦੇ ਨਾਲ ਜੱਫੀ ਦੇ ਵਿੱਚ ਬਦਲ ਗਈ, ਉਹ ਵੀ ਜਨਤਕ ਤੌਰ ਤੇ। 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰ ਦੀ ਸਿਆਸਤ ਨੂੰ ਲੈ ਕੇ ਐਨਸੀਪੀ ਦੇ ਲੀਡਰ ਅਜੀਤ ਪਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਸਨ ਤੇ ਫਿਰ ਤੀਜੇ ਦਿਨ ਬੀਜੇਪੀ ਨੇ ਐਨਸੀਪੀ ਵਿੱਚ ਉਸੇ ਭ੍ਰਿਸ਼ਟ ਲੀਡਰ ਅਜੀਤ ਪਵਾਰ ਦੇ ਜ਼ਰੀਏ ਉਸ ਪਾਰਟੀ ਦੇ ਵਿੱਚ ਵੱਡੀ ਬਗਾਵਤ ਕਰਵਾਈ ਤੇ 40 ਵਿਧਾਇਕਾਂ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਆਪਣੀ ਸਰਕਾਰ ਦੇ ਵਿੱਚ ਉਹਨਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ। ਸੋ ਸਿਆਸਤ ਦੇ ਵਿੱਚ ਕੁਝ ਵੀ ਜਾਇਜ਼ ਹੈ। ਆਪਣੀ ਕੌਮ, ਪਛਾਣ ਤੇ ਖਿੱਤੇ ਦੀ ਹੋਂਦ ਬਚਾਉਣ ਦੇ ਨਾਲ ਸਿਆਸਤਦਾਨਾਂ ਦਾ ਕੋਈ ਬਹੁਤਾ ਤਾਲੁਕਾਤ ਨਹੀਂ ਹੁੰਦਾ। ਸਿਰਫ ਆਪਣੇ ਆਪ ਨੂੰ, ਆਪਣੀਆਂ ਵੋਟਾਂ ਨੂੰ ਬਚਾਉਣ ਤੱਕ ਹੀ ਮਤਲਬ ਹੁੰਦਾ ਹੈ। ਜਿੰਨੀ ਕੁ ਸਾਨੂੰ ਸਮਝ ਆਈ ਹੈ ਉਹ ਤੋਂ ਇਹੀ ਨਤੀਜਾ ਨਿਕਲਦਾ ਹੈ। ਪ੍ਰਾਈਮ ਸਟੋਰੀ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਕੱਲ ਨੂੰ ਫੇਰ ਇੱਕ ਨਵੀਂ ਪ੍ਰਾਈਮ ਸਟੋਰੀ ਦੇ ਨਾਲ ਮਿਲਾਂਗੇ। ਧੰਨਵਾਦ।